हाय फ्रेंड्स, जो बच्चे न्यू आ प्लीज़ सबसक्राइब द चैनल। ਅੱਜ ਆਪਾਂ ਪੰਜਾਬੀ ਭਾਸ਼ਾ ਤੇ ਵਿਆਕਰਨ ਦੇ ਅੱਜ ਕੁਐਸਚਨ ਕਰਨ ਜਾ ਰਹੇ ਹਾਂ। ਪਹਿਲਾ ਕੁਐਸਚਨ ਹੈ, ਜਿਨ੍ਹਾਂ ਨਿਯਮਾਂ ਦੁਆਰਾ ਕਿਸੇ ਵੀ ਭਾਸ਼ਾ ਦਾ ਸਹੀ ਗਿਆਨ ਪ੍ਰਾਪਤ ਕੀਤਾ ਜਾਵੇ ਉਹਨਾਂ ਨਿਯਮਾਂ ਨੂੰ ਕੀ ਕਿਹਾ ਜਾਂਦਾ ਹੈ? ਉਹਨਾਂ ਨੂੰ ਬੋਲੀ ਕਿਹਾ ਜਾਂਦਾ ਹੈ, ਵਰਨ ਬੋਲ, ਲਿਖਤੀ ਬੋਲੀ ਜਾਂ ਵਿਆਕਰਨ। ਉਹਨਾਂ ਨੂੰ ਕਿਹਾ ਜਾਂਦਾ ਹੈ व्याकरण किया जाता है। ठीक है जी। अगला क्वेश्चन है, जिस द्वारा अखरां, लगा मात्रा, लगाखर ਦਾ ਗਿਆਨ ਹੁੰਦਾ ਹੈ ਉਹਨਾਂ ਨੂੰ ਕੀ ਕਹਿੰਦੇ ਹਨ? ਸ਼ਬਦ ਬੋਧ ਕਹਿੰਦੇ ਹਨ, ਵਰਨ ਬੋਧ ਕਹਿੰਦੇ ਹਨ, ਬੋਲੀ ਕਹਿੰਦੇ ਹਨ ਜਾਂ ਵਾਕ ਬੋਧ ਕਹਿੰਦੇ ਹਨ। ਉਹਨਾਂ ਨੂੰ ਕੀ ਕਹਿੰਦੇ ਹਨ? ਉਹਨਾਂ ਨੂੰ ਸ਼ਬਦ ਬੋਧ ਕਹਿੰਦੇ ਹਨ। ਅਗਲਾ ਕੁਐਸਚਨ ਹੈ ਜੀ, ਜਿਸ ਦੁਆਰਾ ਸ਼ਬਦਾਂ ਦਾ ਪੂਰਾ ਗਿਆਨ ਪ੍ਰਾਪਤ ਕੀਤਾ ਜਾਂਦਾ ਹੈ ਉਸ ਨੂੰ ਕੀ ਕਹਿੰਦੇ ਹਨ? ਉਸ ਨੂੰ ਵਾਕ ਬੋਧ ਕਹਿੰਦੇ ਹਨ, ਵਰਨ ਬੋਧ ਕਹਿੰਦੇ ਹਨ, ਸ਼ਬਦ ਬੋਧ ਕਹਿੰਦੇ ਹਨ, ਬੋਲਚਾਲ ਦੀ ਬੋਲੀ ਕਹਿੰਦੇ ਹਨ। ਉਹਨਾਂ ਨੂੰ ਵਾਕ ਬੋਧ ਕਹਿੰਦੇ ਹਨ। ਅਗਲਾ ਕੁਐਸਚਨ ਹੈ ਜੀ, ਜਿਸ ਦੁਆਰਾ ਵਾਕ ਰਚਨਾ ਅਤੇ ਉਹਨਾਂ ਦੀ ਬਣਤਰ ਦਾ ਗਿਆਨ ਹੁੰਦਾ ਹੈ ਉਹਨਾਂ ਨੂੰ ਕੀ ਕਹਿੰਦੇ ਹਨ? ਵਾਕ ਬੋਧ ਕਹਿੰਦੇ ਹਨ, ਬੋਲੀ ਕਹਿੰਦੇ ਹਨ, ਵਰਨ ਬੋਧ ਕਹਿੰਦੇ ਹਨ ਜਾਂ ਸ਼ਬਦ ਬੋਧ ਕਹਿੰਦੇ ਹਨ। ਉਹਨਾਂ ਨੂੰ ਪੰਜਵਾਂ ਕੁਐਸਚਨ, ਮਨ ਦੇ ਭਾਵਾਂ ਨੂੰ ਪ੍ਰਗਟ ਕਰਨ ਲਈ ਸ਼ਬਦਾਂ ਰਾਹੀਂ ਜਿਹੜੇ ਵਿਚਾਰ ਪ੍ਰਗਟਾਏ ਜਾਂਦੇ ਹਨ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ? ਲਿਖਤੀ ਬੋਲੀ ਕਿਹਾ ਜਾਂਦਾ ਹੈ, ਵਾਕ, ਬੋਲੀ ਜਾਂ ਸ਼ਬਦ ਕਿਹਾ ਜਾਂਦਾ ਹੈ। ਉਸ ਨੂੰ ਆਪਾਂ ਬੋਲੀ ਕਿਹਾ ਜਾਂਦਾ ਹੈ। ਠੀਕ ਹੈ ਜੀ। ਅਗਲਾ ਕੁਐਸਚਨ ਹੈ, ਜਿਹੜੀ ਬੋਲੀ ਦੀ ਵਰਤੋਂ ਅਸੀਂ ਰੋਜ਼ ਇੱਕ ਦੂਜੇ ਨਾਲ ਗੱਲਬਾਤ ਕਰਨ ਲਈ ਕਰਦੇ ਹਾਂ ਉਸ ਨੂੰ ਕੀ ਕਿਹਾ ਜਾਂਦਾ ਹੈ? ਲਿਖਤੀ ਬੋਲੀ ਕਿਹਾ ਜਾਂਦਾ ਹੈ, ਮਾਂ ਬੋਲੀ ਕਿਹਾ ਜਾਂਦਾ ਹੈ ਜਾਂ ਬੋਲਚਾਲ ਦੀ ਬੋਲੀ ਕਿਹਾ ਜਾਂਦਾ ਹੈ ਜਾਂ ਉਪਰੋਕਤ ਕੋਈ ਵੀ ਨਹੀਂ। ਇਸਦਾ ਰਾਈਟ ਆਨਸਰ ਹੈ ਬੋਲਚਾਲ ਦੀ ਬੋਲੀ ਕਿਹਾ ਜਾਂਦਾ। ਜਿਹੜੇ ਆਪਾਂ ਇੱਕ ਦੂਜੇ ਦੇ ਅੱਗੇ ਵਿਚਾਰ ਪ੍ਰਗਟ ਕਰਦੇ ਹਾਂ ਉਹਨਾਂ ਨੂੰ ਬੋਲਚਾਲ ਦੀ ਬੋਲੀ ਕਿਹਾ ਜਾਂਦਾ ਹੈ। ਅਗਲਾ ਕੁਐਸਚਨ ਹੈ, ਜਿਹੜੀ ਬੋਲੀ ਸਾਹਿਤ ਰਚਨਾ ਕਰਨ ਦੇ ਸਮੇਂ ਵਰਤੀ ਜਾਂਦੀ ਹੈ ਉਸ ਨੂੰ ਕੀ ਕਿਹਾ ਜਾਂਦਾ ਹੈ? ਬੋਲਚਾਲ ਦੀ ਬੋਲੀ, ਆਮ ਬੋਲੀ, ਲਿਖਤੀ ਬੋਲੀ ਜਾਂ ਮਾਂ ਬੋਲੀ। ਜਿਹੜੀ ਆਪਣੀ ਸਾਹਿਤ ਰਚਨਾ ਕਰਨ ਵਿੱਚ ਵਰਤੀ ਜਾਂਦੀ ਬੋਲੀ ਨੂੰ ਆਪਾਂ ਲਿਖਤੀ ਬੋਲੀ ਕਿਹਾ ਜਾਂਦਾ ਹੈ। ਠੀਕ ਹੈ ਜੀ। ਅਗਲਾ ਕੁਐਸਚਨ ਹੈ, ਆਪਣੀ ਗੱਲਬਾਤ ਦੌਰਾਨ ਜੋ ਆਵਾਜ਼ਾਂ ਅਸੀਂ ਆਪਣੇ ਮੂੰਹ ਰਾਹੀਂ ਕੱਢਦੇ ਹਾਂ, ਠੀਕ ਹੈ ਜੀ, ਉਹਨਾਂ ਨੂੰ ਕੀ ਕਹਿੰਦੇ ਹਨ? ਜੋ ਆਪਾਂ ਜਦੋਂ ਕਿਸੇ ਨਾਲ ਗੱਲਬਾਤ ਕਰਦੇ ਹਾਂ, ਜੋ ਆਪਾਂ ਮੂੰਹ 'ਚ ਆਵਾਜ਼ਾਂ ਕੱਢਦੇ ਹਾਂ ਉਹਨਾਂ ਨੂੰ ਆਪਾਂ ਕੀ ਕਹਿੰਦੇ ਹਾਂ? ਸ਼ਬਦ ਕਹਿੰਦੇ ਹਾਂ, ਲਿਪੀ ਕਹਿੰਦੇ ਹਾਂ, ਵਾਕ ਕਹਿੰਦੇ ਹਾਂ ਜਾਂ ਵਰਨ ਕਹਿੰਦੇ ਹਾਂ। ਉਹਨਾਂ ਨੂੰ ਆਪਾਂ ਸ਼ਬਦ ਕਹਿੰਦੇ ਹਾਂ। ਠੀਕ ਹੈ। ਸ਼ਬਦਾਂ ਨੂੰ ਸੁਮੇਲ ਤੋਂ ਹੀ ਆਪਾਂ ਬਣਾਉਂਦੇ ਹਾਂ। ਠੀਕ ਹੈ ਜੀ, ਆਵਾਜ਼ਾਂ ਕੱਢਦੇ ਹਾਂ। ਅਗਲਾ ਕੁਐਸਚਨ ਹੈ, ਜਿਨ੍ਹਾਂ ਸ਼ਬਦਾਂ ਦਾ ਕੋਈ ਅਰਥ ਨਾ ਨਿਕਲਦਾ ਹੋਵੇ ਉਹਨਾਂ ਨੂੰ ਕੀ ਕਹਿੰਦੇ ਹਨ? ਸ਼ਬਦ ਕਹਿੰਦੇ ਹਨ, ਨਾਰਥਕ ਸ਼ਬਦ ਕਹਿੰਦੇ ਹਨ, ਸਾਰਥਕ ਸ਼ਬਦ ਕਹਿੰਦੇ ਹਨ ਜਾਂ ਸ਼ਬਦ ਕਹਿੰਦੇ ਹਨ। ਜਿਨ੍ਹਾਂ ਦਾ ਕੋਈ ਅਰਥ ਨਾ ਨਿਕਲਦਾ ਹੋਵੇ ਉਹਨਾਂ ਨੂੰ ਆਪਾਂ ਕੀ ਕਹਿੰਦੇ ਹਾਂ? ਉਹਨਾਂ ਨੂੰ ਆਪਾਂ ਸਾਰਥਕ ਸ਼ਬਦ ਕਹਿੰਦੇ ਹਾਂ। ਠੀਕ ਜੀ। ਅਗਲਾ ਕੁਐਸਚਨ ਹੈ, ਜਿਨ੍ਹਾਂ ਸ਼ਬਦਾਂ ਦਾ ਕੋਈ ਵੀ ਅਰਥ ਨਾ ਨਿਕਲਦਾ ਹੋਵੇ। ਠੀਕ ਹੈ ਜੀ। ਜਿਨ੍ਹਾਂ ਸ਼ਬਦਾਂ ਦਾ ਕੋਈ ਵੀ ਅਰਥ ਨਾ ਨਿਕਲਦਾ ਹੋਵੇ ਉਹਨਾਂ ਨੂੰ ਆਪਾਂ ਕੀ ਕਹਿੰਦੇ ਹਾਂ? ਉਹਨਾਂ ਸ਼ਬਦਾਂ ਨੂੰ ਆਪਾਂ ਸਾਰਥਕ ਤਾਂ ਕਹਿ ਨਹੀਂ ਸਕਦੇ। ਜਿਨ੍ਹਾਂ ਦਾ ਅਰਥ ਨਿਕਲਦਾ ਉਹ ਸਾਰਥਕ ਹੁੰਦੇ ਆ, ਜਿਨ੍ਹਾਂ ਦਾ ਅਰਥ ਨਾ ਨਿਕਲਦਾ ਹੋਵੇ ਉਹ ਨਾਰਥਕ ਹੁੰਦੇ ਆ। ਠੀਕ ਹੈ ਜੀ। ਜਿਨ੍ਹਾਂ ਸ਼ਬਦਾਂ ਦਾ ਕੋਈ ਵੀ ਅਰਥ ਨਾ ਨਿਕਲਦਾ ਹੋਵੇ ਉਹਨਾਂ ਨੂੰ ਨਾਰਥਕ ਸ਼ਬਦ ਕਹਿੰਦੇ ਹਾਂ। ਠੀਕ ਹੈ ਜੀ। ਅਗਲਾ ਕੁਐਸਚਨ ਹੈ, ਬੋਲੀ ਨੂੰ ਲਿਖਣ ਸਮੇਂ
ਜਿਨ੍ਹਾਂ ਚਿੰਨ੍ਹਾਂ ਦੀ ਵਰਤੋਂ ਕੀਤੀ ਜਾਂਦੀ ਹੈ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ? ਵਿਆਕਰਨ ਕਿਹਾ ਜਾਂਦਾ ਹੈ, ਲਿਪੀ ਕਿਹਾ ਜਾਂਦਾ ਹੈ, ਬੋਲੀ ਕਿਹਾ ਜਾਂਦਾ ਹੈ ਜਾਂ ਸ਼ਬਦ ਕਿਹਾ ਜਾਂਦਾ ਹੈ? ਜੋ ਬੋਲੀ ਲਿਖਣ ਸਮੇਂ ਜਿਨ੍ਹਾਂ ਚਿੰਨ੍ਹਾਂ ਦੀ ਵਰਤੋਂ ਕਰਦੇ ਹਾਂ ਉਹਨਾਂ ਨੂੰ ਆਪਾਂ ਕੀ ਕਹਿੰਦੇ ਹਨ? ਉਹਨਾਂ ਨੂੰ ਆਪਾਂ ਲਿਪੀ ਕਹਿੰਦੇ ਹਨ। ਠੀਕ ਹੈ ਜੀ। ਅਗਲਾ ਕੁਐਸਚਨ ਜੀ, ਹੇਠ ਲਿਖਿਆਂ ਵਿੱਚੋਂ ਸਾਰਥਕ ਸ਼ਬਦ ਕਿਹੜਾ ਹੈ? ਸਾਰਥਕ, ਸਾਰਥਕ ਮਤਲਬ ਜਿਨ੍ਹਾਂ ਦਾ ਕੋਈ ਅਰਥ ਨਿਕਲਦਾ ਹੋਵੇ। ਠੀਕ ਹੈ ਜੀ। ਰੋਟੀ, ਇਹਦਾ ਕੁਛ ਵੀ ਨਿਕਲਦਾ, ਇਹਦਾ ਜਿਹੜਾ ਸਹੀ ਅੱਖਰ ਬਣ ਚੱਲ ਉਹਦਾ ਸ਼ਬਦ ਆਪਣਾ ਨਿਕਲਣਾ ਚਾਹੀਦਾ ਹੈ। ਇਹਦੇ 'ਚ ਆਪਣਾ ਕਿਤਾਬ ਜਿਹੜਾ ਹੈਗਾ ਸਹੀ ਆਨਸਰ ਹੈ। ਠੀਕ ਹੈ ਜੀ। ਕਿਤਾਬ ਦਾ ਕੋਈ ਸਹੀ ਅਰਥ ਹੈ, ਆ ਵੀ ਨਹੀਂ ਸਹੀ ਪਿਆ, ਰੋਟੀ ਵੀ ਨਹੀਂ ਪਿਆ ਸਹੀ। ਠੀਕ ਹੈ ਜੀ। ਅਗਲਾ ਕੁਐਸਚਨ ਹੈ, ਹੇਠ ਲਿਖਿਆਂ ਸ਼ਬਦਾਂ ਵਿੱਚੋਂ ਨਾਰਥਕ ਸ਼ਬਦ ਕਿਹੜਾ ਹੈ ਜਿੰਦਾ ਵੀ ਕੋਈ ਵੀ ਅਰਥ ਨਾ ਨਿਕਲਦਾ ਹੋਵੇ? ਮਕਾਨ, ਕਬੂਤਰ, ਚਾਕੂ, ਕਾਪੀ। ਸੌਰੀ ਜੀ, ਆ ਲਿਖਣ ਥੋੜੀ ਮਿਸਟੇਕ ਹੋ ਗਈ। ਕਤੂਬ ਪਾਇਆ ਹੋਇਆ ਸੀ। ਠੀਕ ਹੈ ਜੀ। ਇਸ ਦਾ ਕੋਈ ਵੀ ਅਰਥ ਨਹੀਂ ਹੈ। ਠੀਕ ਹੈ ਜੀ। ਅਗਲਾ ਕੁਐਸਚਨ ਹੈ, ਪੰਜਾਬੀ ਵਰਣਮਾਲਾ ਨੂੰ ਕੀ ਕਿਹਾ ਜਾਂਦਾ ਹੈ? ਇਹ ਤਾਂ ਸਾਰੇ ਬੱਚਿਆਂ ਨੂੰ ਪਤਾ ਹੀ ਹੋਏਗਾ, ਸ਼ੁਰੂ ਤੋਂ ਕਰਨ ਲੱਗੇ ਹੋਏ ਆਪਾਂ। ਇਸ ਨੂੰ ਆਪਾਂ 35 ਅੱਖਰੀ ਕਿਹਾ ਜਾਂਦਾ ਹੈ। ਠੀਕ ਹੈ ਜੀ। ਅਗਲਾ ਕੁਐਸਚਨ ਹੈ ਜੀ, ਫਾਰਸੀ ਬੋਲੀ ਨੂੰ ਪ੍ਰਭਾਵ ਕਰਨ ਵਾਲੇ ਕਿਹੜੇ ਹੇਠਾਂ ਬਿੰਦੀ ਲਗਾਈ ਜਾਂਦੀ ਹੈ? ਆਹ ਤੱਤੇ ਥੱਲੇ ਤਾਂ ਲਾਈ ਨਹੀਂ ਜਾਂਦੀ, ਤੁਹਾਨੂੰ ਪਤਾ ਹੀ ਹੈ। ਪੱਪੇ ਪੈਰ ਬਿੰਦੀ ਨਹੀਂ ਲਗਾਈ ਜਾਂਦੀ। ਠੀਕ ਹੈ ਜੀ। ਖੱਕੇ ਪੈਰ ਬਿੰਦੀ, ਗੱਗੇ ਪੈਰ ਬਿੰਦੀ, ਜੱਜੇ ਪੈਰ ਬਿੰਦੀ, ਫੁੱਫੇ ਪੈਰ ਬਿੰਦੀ, ਸੱਸੇ ਪੈਰ ਬਿੰਦੀ। ਇਹ ਰਾਈਟ ਆਨਸਰ ਹੈ, ਕਿਉਂਕਿ ਜਿਹੜਾ ਇੱਕ ਵਿੱਚੋਂ ਇਹਨਾਂ ਤੋਂ ਅਲੱਗ ਹੋਏ ਨਾ, ਜਿੰਨਾ ਪਤਾ ਹੈ ਆਪਾਂ ਨੂੰ, ਇਹ ਤਾਂ ਸਾਰੇ ਪਤਾ ਹੀ ਅੱਖਰ ਜਿਹੜਾ ਇਹ ਜਿਨ੍ਹਾਂ ਦੇ ਥੱਲੇ ਬਿੰਦੀ ਲਗਾਈ ਜਾਂਦੀ ਹੈ। ਅਗਲਾ ਕੁਐਸਚਨ ਹੈ, ਜਿਹੜੇ ਅੱਖਰ ਕਿਸੇ ਹੋਰ ਅੱਖਰ ਦੇ ਮੇਲ ਤੋਂ ਬਿਨਾਂ ਹੀ ਬੋਲੇ ਜਾਣ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ? ਜਿਹੜੇ ਸ਼ਬਦ ਕਿਸੇ ਹੋਰ ਅੱਖਰ ਦੇ ਮੇਲ ਤੋਂ ਬਿਨਾਂ ਹੀ ਬੋਲੇ ਜਾਣ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ? ਉਹਨਾਂ ਨੂੰ ਆਪਾਂ ਸਵਰ ਕਿਹਾ ਜਾਂਦਾ ਹੈ। ਠੀਕ ਹੈ ਜੀ। ਇਸਨੂੰ ਸਵਰ ਕਿਹਾ ਜਾਂਦਾ ਹੈ। ਅਗਲਾ ਕੁਐਸਚਨ ਹੈ, ਜਿਹੜੇ ਅੱਖਰ ਦੂਜੇ ਅੱਖਰਾਂ ਲਗਾ ਮਾਤਰਾ ਨਾਲ ਮਿਲ ਕੇ ਆਪਣੀ ਆਵਾਜ਼ ਪੈਦਾ ਕਰਨ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ? ਉਹਨਾਂ ਨੂੰ ਆਪਾਂ ਵਿਅੰਜਨ ਕਹਿੰਦੇ ਹਾਂ। ਜਿਹੜੇ ਅੱਖਰ ਦੂਜੇ ਅੱਖਰਾਂ ਲਗਾ ਅੱਖਰਾਂ ਨਾਲ ਮਿਲ ਕੇ ਆਪਣੀ ਆਵਾਜ਼ ਪੈਦਾ ਕਰਨ ਉਸ ਨੂੰ ਆਪਾਂ ਵਿਅੰਜਨ ਕਹਿੰਦੇ ਹਾਂ। ਠੀਕ ਹੈ ਜੀ। ਅਗਲਾ ਕੁਐਸਚਨ ਹੈ ਜੀ, ਹੇਠ ਲਿਖਿਆਂ ਜਿਹੜੇ ਅੱਖਰ ਨੂੰ ਬੋਲਣ ਸਮੇਂ ਨੱਕ ਵਿੱਚੋਂ ਆਵਾਜ਼ ਨਿਕਲੇ ਉਹਨਾਂ ਨੂੰ ਆਪਾਂ ਕੀ ਕਿਹਾ ਜਾਂਦਾ ਹੈ? ਜਿਹੜੇ ਅੱਖਰ ਨੂੰ ਬੋਲਣ ਸਮੇਂ ਨੱਕ ਵਿੱਚੋਂ ਆਵਾਜ਼ ਨਿਕਲੇ ਉਹਨਾਂ ਨੂੰ ਆਪਾਂ ਕੀ ਕਿਹਾ ਜਾਂਦਾ ਹੈ? ਉਹਨਾਂ ਨੂੰ ਆਪਾਂ ਨਾਸਕੀ ਵਿਅੰਜਨ ਕਿਹਾ ਜਾਂਦਾ ਹੈ। ਠੀਕ ਹੈ ਜੀ। ਅਗਲਾ ਕੁਐਸਚਨ ਹੈ ਜੀ, ਜਿਹੜੇ ਚਿੰਨ੍ਹ ਅੱਖਰਾਂ ਦੇ ਉਚਾਰਨ ਵਿੱਚ ਸਹਾਇਤਾ ਕਰਦੇ ਹਨ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ? ਜਿਹੜੇ ਚਿੰਨ੍ਹ ਅੱਖਰਾਂ ਦੇ ਉਚਾਰਨ ਵਿੱਚ ਸਹਾਇਤਾ ਕਰਦੇ ਹਨ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ? ਉਹਨਾਂ ਨੂੰ ਮੁਕਤਾ ਕਿਹਾ ਜਾਂਦਾ ਹੈ, ਲਗਾ ਮਾਤਰਾ ਕਿਹਾ ਜਾਂਦਾ ਹੈ, ਲਗਾ ਅੱਖਰ ਕਿਹਾ ਜਾਂਦਾ ਹੈ, ਦੁੱਤ ਅੱਖਰ ਕਿਹਾ ਜਾਂਦਾ ਹੈ। ਉਸ ਨੂੰ ਲਗਾ ਮਾਤਰਾ ਕਿਹਾ ਜਾਂਦਾ ਹੈ। ਠੀਕ ਹੈ ਜੀ। ਅਗਲਾ ਕੁਐਸਚਨ ਹੈ, ਇਕੱਲੇ ਸ਼ਬਦ ਨੂੰ ਕੀ ਕਿਹਾ ਜਾਂਦਾ ਹੈ ਜਿਹਨਾਂ ਨਾਲ ਕੋਈ ਵੀ ਚਿੰਨ੍ਹ ਨਾ ਲੱਗਿਆ ਹੋਵੇ? ਉਸ ਨੂੰ ਆਪਾਂ ਇਕੱਲੇ ਸ਼ਬਦ ਨੂੰ ਕੀ ਕਿਹਾ ਜਾਂਦਾ ਹੈ ਜਿਸ ਦਾ ਕੋਈ ਵੀ ਅਰਥ ਨਾ ਨਿਕਲੇ ਉਸ ਨੂੰ ਆਪਾਂ ਇਹ ਨਾ ਕੁਐਸਚਨ ਨਹੀਂ ਰੋਂਗ ਹੈ ਜੀ। ਠੀਕ ਹੈ ਜੀ। ਇਹ ਨਾ
ਆਪਾਂ ਦੁਬਾਰਾ ਚੈੱਕ ਕਰਾਂਗੇ ਕੁਐਸਚਨ, ਠੀਕ ਹੈ। ਅਗਲਾ ਕੁਐਸਚਨ, ਅਗਲਾ ਕੁਐਸਚਨ ਹੈ ਜਿਹੜੇ ਚਿੰਨ੍ਹ ਲਗਾ ਤੋਂ ਬਾਅਦ ਵਰਤੇ ਜਾਣ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ। ਜਿਹੜੇ ਚਿੰਨ੍ਹ ਲਗਾ ਤੋਂ ਬਾਅਦ ਵਰਤੇ ਜਾਣ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ। ਉਹਨਾਂ ਨੂੰ ਲਗਾ ਮਾਤਰਾ ਕਿਹਾ ਜਾਂਦਾ ਹੈ, ਲਗਾ ਅੱਖਰ ਕਿਹਾ ਜਾਂਦਾ ਹੈ, ਦੁੱਤ ਅੱਖਰ ਕਿਹਾ ਜਾਂਦਾ ਹੈ ਜਾਂ ਮੁਕਤਾ ਕਿਹਾ ਜਾਂਦਾ ਹੈ। ਉਸ ਨੂੰ ਲਗਾ ਅੱਖਰ ਕਿਹਾ ਜਾਂਦਾ ਹੈ, ਠੀਕ ਹੈ ਜੀ। ਅਗਲਾ ਕੁਐਸਚਨ ਹੈ ਪੈਰ ਵਿੱਚ ਲਿਖੇ ਅੱਖਰਾਂ ਨੂੰ ਕੀ ਕਿਹਾ ਜਾਂਦਾ ਹੈ। ਜੋ ਅੱਖਰ ਪੈਰ 'ਚ ਲਿਖੇ ਜਾਂਦੇ ਨੇ ਉਸ ਨੂੰ ਆਪਾਂ ਦੁੱਤ ਅੱਖਰ ਕਿਹਾ ਜਾਂਦਾ ਹੈ, ਠੀਕ ਹੈ ਜੀ। ਅਗਲਾ ਕੁਐਸਚਨ ਹੈ ਗੁਰਮੁਖੀ ਲਿਪੀ ਵਿੱਚ ਦੁੱਤ ਅੱਖਰ ਕਿਹੜੇ ਹੁੰਦੇ ਹਨ ਜੋ ਕਿ ਥੱਲੇ ਪੈਰਾਂ 'ਚ ਪਾਏ ਜਾਂਦੇ ਹਨ, ਠੀਕ ਹੈ ਜੀ। ਇਸ ਦਾ ਰਾਈਟ ਆਨਸਰ ਹੈ ਥਰਡ ਆਪਸ਼ਨ, ਰਾਰਾ ਬੱਬਾ ਹਾਹਾ। ਇਹ ਆਪਾਂ ਕਿਸੇ ਅੱਖਰ ਦੇ ਥੱਲੇ ਪੈਰਾਂ 'ਚ ਪਾਉਂਦੇ ਹਾਂ, ਇਸ ਨੂੰ ਦੁੱਤ ਅੱਖਰ ਵੀ ਕਿਹਾ ਜਾਂਦਾ ਹੈ, ਠੀਕ ਹੈ ਜੀ। ਅਗਲਾ ਕੁਐਸਚਨ ਹੈ ਜੀ ਉਹ ਸ਼ਬਦ ਜੋ ਕਿਸੇ ਜੀਵ, ਵਸਤੂ ਜਾਂ ਸਥਾਨ ਲਈ ਵਰਤੇ ਜਾਣ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ। ਉਹ ਸ਼ਬਦ ਜੋ ਕਿਸੇ ਜੀਵ, ਵਸਤੂ ਜਾਂ ਸਥਾਨ ਲਈ ਵਰਤੇ ਜਾਣ ਉਸ ਨੂੰ ਕੀ ਕਿਹਾ ਜਾਂਦਾ ਹੈ। ਉਸ ਨੂੰ ਆਪਾਂ ਨਾਮ ਕਿਹਾ ਜਾਂਦਾ ਹੈ, ਠੀਕ ਹੈ ਜੀ। ਅਗਲਾ ਕੁਐਸਚਨ, ਲਾਸਟ ਕੁਐਸਚਨ ਹੈ ਜੋ ਸ਼ਬਦ ਨਾਮ ਦੀ ਥਾਂ ਵਰਤਿਆ ਜਾਵੇ ਉਸ ਨੂੰ ਕੀ ਕਿਹਾ ਜਾਂਦਾ ਹੈ। ਉਸ ਨੂੰ ਆਪਾਂ ਪ੍ਰਨਾਮ ਕਿਹਾ ਜਾਂਦਾ ਹੈ, ਉਸ ਨੂੰ ਆਪਾਂ ਪ੍ਰਨਾਮ ਕਿਹਾ ਜਾਂਦਾ ਹੈ। ਥੈਂਕ ਯੂ ਫॉर वॉचिंग, प्लीज़ सब्सक्राइब द चैनल।